ਸਤਿ ਸ਼੍ਰੀ ਅਕਾਲ। YouTube ਚੈਨਲ ਪੰਜਾਬੀ ਸਕੂਲ ਵਿੱਚ ਫਿਰ ਤੋਂ ਤੁਹਾਡਾ ਬਹੁਤ ਸਵਾਗਤ ਹੈ। ਅੱਜ ਅਸੀਂ ਪ੍ਰਿੰਸੀਪਲ ਤੇਜਾ ਸਿੰਘ ਜੀ ਦੁਆਰਾ ਲਿਖਿਆ ਹੋਇਆ ਲੇਖ ਘਰ ਦਾ ਪਿਆਰ ਕਰਾਂਗੇ। ਇਸ ਲੇਖ ਵਿੱਚ ਲੇਖਕ ਨੇ ਘਰ ਦੇ ਪਿਆਰ ਦੀ ਮਨੁੱਖ ਦੇ ਜੀਵਨ ਵਿੱਚ ਮਹੱਤਤਾ, ਲੋੜ ਅਤੇ ਘਰ ਤੋਂ ਮਿਲਣ ਵਾਲੇ ਸੰਸਕਾਰਾਂ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਲੇਖਕ ਨੇ ਬਹੁਤ ਸਾਰੀਆਂ ਉਦਾਹਰਨਾਂ ਦੇ ਕੇ ਕਿਸ ਤਰ੍ਹਾਂ ਜਿਹੜੇ ਲੋਕਾਂ ਨੂੰ ਘਰ ਦਾ ਪਿਆਰ ਨਹੀਂ ਮਿਲਦਾ ਉਹ ਕਿਵੇਂ ਦੇ ਬਣ ਜਾਂਦੇ ਹਨ ਉਸ ਬਾਰੇ ਵੀ ਗੱਲ ਕੀਤੀ ਹੈ। ਮੈਂ ਤੁਹਾਨੂੰ ਇਸ ਪਾਠ ਦਾ ਸਾਰ ਹੀ ਸੁਣਾਵਾਂਗੀ। ਪੂਰਾ ਡਿਟੇਲ ਵਿੱਚ ਤੁਸੀਂ ਆਪਣੀ ਪਾਠ ਪੁਸਤਕ ਵਿੱਚੋਂ ਆਪ ਪੜ੍ਹ ਸਕਦੇ ਹੋ ਅਤੇ ਉਸ ਤੋਂ ਬਾਅਦ ਆਪਾਂ ਪ੍ਰਸ਼ਨ ਉੱਤਰ ਕਰਾਂਗੇ। ਤਾਂ ਇਸ ਪਾਠ ਦੇ ਪਹਿਲੇ ਪਿਆਰੇ ਵਿੱਚ ਲੇਖਕ ਘਰ ਬਾਰੇ ਦੱਸਦਾ ਹੈ ਕਿ ਘਰ ਹੁੰਦਾ ਕੀ ਹੈ। ਅਤੇ ਲੇਖਕ ਦੱਸਦਾ ਹੈ ਕਿ ਸਿਰਫ ਇੱਕ ਜਿਹੜਾ ਵੱਟਿਆਂ ਨਾਲ ਜਾਂ ਇੱਟਾਂ ਨਾਲ ਬਣਿਆ ਹੋਇਆ ਕੋਠਾ ਉਹਨੂੰ ਘਰ ਨਹੀਂ ਕਹਿੰਦੇ, ਬਲਕਿ ਘਰ ਉਹ ਹੁੰਦਾ ਜਿੱਥੇ ਮਨੁੱਖ ਦੇ ਪਿਆਰ ਹੁੰਦਾ ਹੈ, ਉਸਦੇ ਪਿਆਰ ਦੀਆਂ ਸੱਧਰਾਂ ਹੁੰਦੀਆਂ ਨੇ, ਜਿੱਥੇ ਭੈਣ ਭਰਾ ਮਾਂ ਬਾਪ ਹੁੰਦੇ ਨੇ, ਜਿੱਥੇ ਸਾਨੂੰ ਸਾਰਾ ਜਹਾਨ ਘੁੰਮ ਕੇ ਵਾਪਸ ਆ ਕੇ ਰਹਿਣ ਨੂੰ ਜੀਅ ਕਰਦਾ, ਜਿੱਥੇ ਸਾਡਾ ਬੁਢਾਪਾ ਕੱਟਣ ਨੂੰ ਜੀਅ ਕਰਦਾ, ਜਿੱਥੇ ਸਾਡੀ ਮਾਂ ਇਸ ਤਰ੍ਹਾਂ ਲੱਗਦਾ ਜਿਵੇਂ ਅਸੀਂ ਮਾਂ ਦੀ ਝੋਲੀ ਵਿੱਚ ਹੀ ਪਏ ਹੋਈਏ, ਭਾਵੇਂ ਬੁੱਢੇ ਹੋ ਚੁੱਕੇ ਹੋਈਏ। ਅਤੇ ਜਦੋਂ ਮਨੁੱਖ ਦੇ ਘਰ ਵਿੱਚ ਚੰਗੇ ਸੰਸਕਾਰ ਉਹਨੂੰ ਮਿਲਦੇ ਹਨ ਤਾਂ ਉਹ ਉਸ ਦਾ ਆਚਰਣ ਬਣਾਉਣ ਵਿੱਚ ਬਾਹਰ ਤੋਂ ਵੀ ਜ਼ਿਆਦਾ ਅਸਰ ਕਰਦੇ ਹਨ। ਤਾਂ ਜਿਹੜੇ ਲੋਕ ਬੜੇ ਸੜੂ ਸੁਭਾਅ ਦੇ, ਖਿੱਜੂ ਜੇ ਗੁੱਸੇ ਵਾਲੇ ਹੁੰਦੇ ਹਨ ਤਾਂ ਲੇਖਕ ਨੂੰ ਲੱਗਦਾ ਹੈ ਕਿ ਸ਼ਾਇਦ ਉਸ ਇਨਸਾਨ ਨੂੰ ਘਰ ਦਾ ਪਿਆਰ ਨਹੀਂ ਮਿਲਿਆ। ਲੇਖਕ ਇੱਕ ਬਿਰਧ ਬੀਬੀ ਜੀ ਬਾਰੇ ਅਗਲੇ ਪੈਰੇ ਵਿੱਚ ਗੱਲ ਕਰਦਾ ਹੈ ਕਿ ਉਹ ਬਹੁਤ ਚੰਗੇ ਨੇ, ਨੇਕੀ ਕਰਦੇ ਨੇ, ਸਾਰਿਆਂ ਦਾ ਭਲਾ ਕਰਦੇ ਨੇ ਅਤੇ ਗੁਰਦੁਆਰੇ ਵੀ ਨਿਤਨੇਮ ਨਾਲ ਜਾਂਦੇ ਨੇ ਅਤੇ ਬਹੁਤ ਹੀ ਕੋਮਲ ਅਤੇ ਪਵਿੱਤਰ ਨੇ, ਪਰ ਉਹਨਾਂ ਦੇ ਸੁਭਾਅ ਵਿੱਚ ਵੀ ਗੁੱਸਾ ਬਹੁਤ ਹੈ। ਹਰ ਗੱਲ ਤੋਂ ਖਿਝ ਪੈਂਦੇ ਨੇ, ਗੁੱਸੇ 'ਚ ਆ ਜਾਂਦੇ ਨੇ, ਪਰ ਉਹਨਾਂ ਦਾ ਦਿਲ ਬਹੁਤ ਕੋਮਲ ਅਤੇ ਨਰਮ ਹੈ। ਅਤੇ ਜਦੋਂ ਕੋਈ ਲੇਖਕ ਉਹਨਾਂ ਦੇ ਪਿਛਲੇ ਜੀਵਨ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਹੈ ਵੀ ਉਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਕਿਉਂ ਹੈ, ਤਾਂ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਉਹਨਾਂ ਦਾ ਜਿਹੜਾ ਪਤੀ ਹੈ, ਜਦੋਂ ਬਹੁਤ ਜਵਾਨੀ ਦੀ ਉਮਰ ਵਿੱਚ ਹੀ ਸਨ ਉਦੋਂ ਹੀ ਉਹਨਾਂ ਦਾ ਸਾਥ ਛੱਡ ਗਿਆ ਸੀ ਅਤੇ ਨਾ ਹੀ ਉਹਨਾਂ ਦਾ ਕੋਈ ਧੀ ਪੁੱਤਰ ਹੈ। ਇਸ ਕਰਕੇ ਕਦੀ ਕਿਸੇ ਨੇ ਉਹਨਾਂ ਨੂੰ ਪਿਆਰ ਹੀ ਨਹੀਂ ਕੀਤਾ, ਇਸ ਕਰਕੇ ਉਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਬਣ ਗਿਆ। ਉਸ ਤੋਂ ਬਾਅਦ ਲੇਖਕ ਬਹੁਤ ਸਾਰੇ ਕਥੱਕੜਾਂ ਦੀ ਗੱਲ ਕਰਦਾ ਹੈ। ਕਥੱਕੜ ਮਤਲਬ ਕਥਾ ਕਰਨ ਵਾਲੇ ਲੋਕ, ਜਿਹੜੇ ਪੰਡਾਲਾਂ ਵਿੱਚ ਧਾਰਮਿਕ ਆਗੂ ਬਣਦੇ ਨੇ, ਕਥਾ ਕਰਦੇ ਨੇ, ਉਹਨਾਂ ਦੀ ਗੱਲ ਕਰਦਾ ਹੈ। ਉਹ ਕਹਿੰਦਾ ਵੀ ਉਹ ਲੋਕਾਂ ਨੂੰ ਆਪਣੇ ਵਿੱਦਿਆ ਦੇ ਚਮਤਕਾਰ ਦੱਸ ਕੇ ਹੈਰਾਨ ਕਰ ਦਿੰਦੇ ਨੇ, ਪਰ ਜੇ ਕੋਈ ਦੁਖੀ ਜਾਂ ਲੋੜਵੰਦ ਉਹਨਾਂ ਦੇ ਦਰਵਾਜ਼ੇ 'ਤੇ ਆ ਕੇ ਖੜ੍ਹਾ ਹੋ ਜਾਵੇ ਤਾਂ 4-4 ਘੰਟੇ ਵੀ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੰਦੇ। ਉਹਨਾਂ ਦੇ ਅੰਦਰ ਤਰਸ ਜਾਂ ਹਮਦਰਦੀ ਉਹਨਾਂ ਦੇ ਦਿਲ ਵਿੱਚ ਹੁੰਦੀ ਨਹੀਂ। ਅਤੇ ਜਦੋਂ ਪੰਡਾਲ ਵਿੱਚ ਗੱਲ ਕਰਦੇ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਪਤਾ ਨਹੀਂ ਕਿੰਨੇ ਕੁ ਦਾਨੀ ਹੁੰਦੇ ਆ, ਕਿੰਨਾ ਕੁ ਚੰਗੀਆਂ ਗੱਲਾਂ ਲੋਕਾਂ ਨੂੰ ਸਿਖਾਉਂਦੇ ਨੇ। ਪਰ ਇਹੋ ਜਿਹੇ ਸੱਜਣ ਦੀ ਵਹੁਟੀ ਵੀ ਕੀ ਕਹਿੰਦੀ ਹੈ, ਯਾਨੀ ਕਿ ਉਹਨਾਂ ਦੀ ਪਤਨੀ ਵੀ ਕੀ ਕਹਿੰਦੀ ਹੈ ਵੀ ਸਾਰੀ ਉਮਰ ਇਹ ਮੋਟਰ ਗੱਡੀਆਂ ਦੇ ਸਫ਼ਰ ਵਿੱਚ ਹੀ ਕੱਢਤੀ, ਵੀ ਕਦੀ ਇੱਧਰ ਕਦੀ ਉੱਧਰ, ਘਰ ਵਿੱਚੋਂ ਕਦੀ ਟਿਕੇ ਹੀ ਨਹੀਂ। ਇਸ ਕਰਕੇ ਕਿਉਂਕਿ ਉਹਨਾਂ ਨੂੰ ਘਰ ਦਾ ਪਿਆਰ ਨਹੀਂ ਮਿਲਿਆ, ਇਸ ਕਰਕੇ ਉਹਨਾਂ ਦੇ ਮਨ ਵਿੱਚ, ਜ਼ਿੰਦਗੀ ਵਿੱਚ ਰਸ ਨਹੀਂ, ਹਮਦਰਦੀ ਨਹੀਂ, ਕਿਸੇ ਲਈ ਕੋਈ ਪਿਆਰ ਨਹੀਂ। ਇਸ ਤੋਂ ਅਗਲੇ ਪੈਰੇ ਵਿੱਚ ਲੇਖਕ ਗੱਲ ਕਰਦਾ ਹੈ ਉਹਨਾਂ ਲੇਖਕਾਂ ਦੀ ਜਿਨ੍ਹਾਂ ਨੇ ਕਿ ਮਹਾਨ ਹਸਤੀਆਂ, ਗੁਰੂ ਪੀਰਾਂ, ਪੈਗੰਬਰਾਂ, ਧਰਮ ਦੇ ਮੋਢੀਆਂ ਦੇ ਜੀਵਨ ਲਿਖੇ ਹਨ। ਲੇਖਕ ਕਹਿੰਦਾ ਹੈ ਕਿ ਇਸ ਤਰ੍ਹਾਂ ਦੇ ਲੇਖਕ ਉਹਨਾਂ ਦਾ ਜੀਵਨ ਲਿਖਦੇ ਹੋਏ ਉਹਨਾਂ ਨੂੰ ਘਰ ਦੇ ਪਿਆਰ ਤੋਂ ਸੱਖਣੇ ਹੀ ਦਿਖਾਉਂਦੇ ਹਨ ਜਾਂ ਉਹਨਾਂ ਦੇ ਮਾਂ ਪਿਓ ਨੂੰ ਬੁਰਾ ਦਿਖਾਉਂਦੇ ਹਨ। ਉਹ ਇਸ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਦੀ ਜੀਵਨ ਵਿੱਚ ਸ਼ਰਾਰਤਾਂ ਨਹੀਂ ਕੀਤੀਆਂ, ਤੋਤਲੀਆਂ ਗੱਲਾਂ ਨਹੀਂ ਕੀਤੀਆਂ, ਬਸ ਉਹ ਜੰਮ ਦੇ ਨਾਲ ਹੀ ਬਹੁਤ ਸਿਆਣੇ ਸਨ। ਜੋ ਈਸਾ ਮਸੀਹ ਦਾ ਜੀਵਨ ਲਿਖਦੇ ਹਨ ਤਾਂ ਉਹਨਾਂ ਦੇ ਬਚਪਨ ਦੀ ਕੋਈ ਗੱਲ ਨਹੀਂ ਕਰਦੇ। ਮਹਾਤਮਾ ਬੁੱਧ ਬਾਰੇ ਲਿਖਦੇ ਹਨ, ਗੁਰੂ ਨਾਨਕ ਦੇਵ ਜੀ ਬਾਰੇ ਲਿਖਦੇ ਹਨ ਤਾਂ ਉਹਨਾਂ ਦੇ ਮਾਂ ਪਿਓ ਨੂੰ ਬੁਰਾ ਦਿਖਾਉਂਦੇ ਨੇ, ਗੁੱਸੇ ਵਾਲੇ ਦਿਖਾਉਂਦੇ ਨੇ। ਪਰ ਅਸਲ ਵਿੱਚ ਘਰ ਦੇ ਪਿਆਰ ਤੋਂ ਬਿਨਾਂ ਕਿਸੇ ਦਾ ਮਹਾਂਪੁਰਖ ਬਣਨਾ ਸੰਭਵ ਨਹੀਂ ਹੈ। ਘਰ ਦਾ ਮਾਹੌਲ ਹੀ ਹੁੰਦਾ ਹੈ ਜਿਹੜਾ ਇਨਸਾਨ ਨੂੰ ਸਧਾਰਨ ਜੀਵਨ ਵੱਲ ਵੀ ਤੋਰ ਦਿੰਦਾ ਹੈ ਜਾਂ ਪੂਰਨਤਾ ਵਾਲੇ ਜੀਵਨ ਵੱਲ ਵੀ ਤੋਰ ਦਿੰਦਾ ਹੈ। ਇਸ ਕਰਕੇ ਮਹਾਂਪੁਰਖਾਂ ਨੂੰ ਘਰ ਦੇ ਪਿਆਰ ਤੋਂ ਸੱਖਣਾ ਦਿਖਾਉਣਾ ਇਹ ਸਿਰਫ ਲੇਖਕਾਂ ਦੀ ਗਲਤੀ ਹੈ। ਅੱਗੇ ਲੇਖਕ ਕਹਿੰਦਾ ਕਿ ਜਦੋਂ ਮੈਂ ਗੁਰੂ ਨਾਨਕ ਦੇਵ ਜੀ ਦੀ ਸਾਖੀ ਨੂੰ ਬਹੁਤ ਜ਼ਿਆਦਾ ਧਿਆਨ ਨਾਲ ਪੜ੍ਹਨ ਦੀ ਕੋਸ਼ਿਸ਼ ਕੀਤੀ ਅਤੇ ਮੈਨੂੰ ਕਿਤੇ ਵੀ ਕੋਈ ਇਹੋ ਜਿਹਾ ਜ਼ਿਕਰ ਨਹੀਂ ਲੱਭਿਆ ਜਿੱਥੇ ਕਿਸੇ ਲੇਖਕ ਨੇ ਉਹਨਾਂ ਦੇ ਮਾਂ ਪਿਓ ਬਾਰੇ ਚੰਗਾ ਲਿਖਿਆ ਹੋਵੇ ਜਾਂ ਉਹਨਾਂ ਦੇ ਬਚਪਨ ਬਾਰੇ ਕੋਈ ਚੰਗੀਆਂ ਗੱਲਾਂ ਲਿਖੀਆਂ ਹੋਣ। ਜ਼ਿਆਦਾ ਤੋਂ ਜ਼ਿਆਦਾ ਮੈਨੂੰ ਜਿਹੜਾ ਇੱਕ ਨਜ਼ਾਰਾ ਉਹਦੇ 'ਚ ਲੱਭਿਆ ਉਹ ਸੀਗਾ ਜਦੋਂ ਗੁਰੂ ਜੀ ਪ੍ਰਦੇਸ਼ ਯਾਤਰਾ ਕਰਕੇ ਘਰ ਆਉਂਦੇ ਨੇ, ਪਰ ਆਪਣਾ ਮਨ ਔਖਾ ਕਰਕੇ, ਮਨ ਨੂੰ ਕਰੜਾ ਕਰਕੇ ਆਪ ਖੂਹ 'ਤੇ ਹੀ ਬਹਿ ਜਾਂਦੇ ਨੇ ਅਤੇ ਮਰਦਾਨੇ ਨੂੰ ਘਰ ਵਾਲਿਆਂ ਦਾ ਪਤਾ ਲੈਣ ਲਈ ਭੇਜਦੇ ਹਨ ਅਤੇ ਉਹਨਾਂ ਨੂੰ ਕਹਿੰਦੇ ਨੇ ਪਰ ਦੱਸੀ ਨਾ। ਮਰਦਾਨਾ
ਗੁਰੂ ਜੀ ਦੀ ਮਾਂ ਤੋਂ ਤ੍ਰਿਪਤਾ ਜੀ ਤੋਂ ਉਹਨਾਂ ਦਾ ਹਾਲ ਚਾਲ ਪੁੱਛ ਕੇ ਵਿਦਾ ਹੁੰਦਾ ਹੈ ਅਤੇ ਉਹਨਾਂ ਦੀ ਮਾਤਾ ਤ੍ਰਿਪਤਾ ਪਿੱਛੇ ਪਿੱਛੇ ਆ ਜਾਂਦੀ ਹੈ ਅਤੇ ਉਹ ਗੁਰੂ ਜੀ ਕੋਲ ਆ ਕੇ ਉਹਨਾਂ ਨਾਲ ਗੱਲ ਕਰਦੀ ਹੈ, ਉਹਨਾਂ ਦਾ ਮੱਥਾ ਚੁੰਮਦੀ ਹੈ, ਉਹਨਾਂ ਤੋਂ ਵਾਰੀ ਵਾਰੀ ਜਾਂਦੀ ਹੈ। ਤਾਂ ਲੇਖਕ ਕਹਿੰਦਾ ਕਿ ਇੱਥੇ ਜੇ ਕੋਈ ਸੁੱਕਾ ਫਿਲੋਸਫਰ ਹੁੰਦਾ, ਜੇ ਉਹ ਘਰ ਦੇ ਪਿਆਰ ਤੋਂ ਬਿਲਕੁਲ ਸੱਖਣਾ ਹੁੰਦਾ, ਤਾਂ ਉਹਨੇ ਆਪਣੀ ਮਾਂ ਨੂੰ ਕਹਿਣਾ ਸੀ ਕਿ ਮਾਂ ਤੂੰ ਜਾ, ਮੈਂ ਇਹਨਾਂ ਸਾਰੇ ਸੰਸਾਰਿਕ ਚੀਜ਼ਾਂ ਤੋਂ ਉੱਪਰ ਉੱਠ ਚੁੱਕਾ। ਪਰ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਦਾ ਨਹੀਂ ਕੀਤਾ। ਉਹ ਮਾਂ ਦੀ ਗੱਲ ਸੁਣ ਕੇ ਉਹਦੇ ਪੈਰਾਂ 'ਚ ਡਿੱਗ ਗਏ ਅਤੇ ਖੂਬ ਰੋਏ। ਹੁਣ ਇਹ ਅਥਰੂ, ਇਹ ਉਹਨਾਂ ਦਾ ਰੋਣਾ ਇਸ ਗੱਲ ਦਾ ਸਬੂਤ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਮਨ ਵਿੱਚ ਆਪਣੇ ਘਰ ਦਾ ਪਿਆਰ ਸੀ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ ਉਹਨਾਂ ਦੀ ਭੈਣ ਬੀਬੀ ਨਾਨਕੀ ਦੇ ਪਿਆਰ ਨੂੰ ਕਿਸ ਤਰ੍ਹਾਂ ਘੱਟ ਢਾਕਿਆ ਜਾ ਸਕਦਾ ਹੈ, ਜਿਹਨੇ ਬਚਪਨ ਵਿੱਚ ਉਹਨਾਂ ਨੂੰ ਪਾਲਿਆ, ਪਿਤਾ ਜੀ ਦੀ ਚਪੇੜਾਂ ਤੋਂ ਬਚਾਇਆ ਅਤੇ ਉਹਨਾਂ ਨੂੰ ਖਰੇ ਸੌਦੇ ਕਰਨ ਲਈ ਉਤਸ਼ਾਹ ਵੀ ਦਿੱਤਾ। ਬੀਬੀ ਨਾਨਕੀ ਦਾ ਪਿਆਰ ਤੋਂ ਬਿਨਾਂ ਕੀ ਉਹ ਨਾਨਕ ਬਣ ਸਕਦਾ ਸੀ? ਤਾਂ ਇਸ ਤਰ੍ਹਾਂ ਲੇਖਕ ਇਹ ਕਹਿਣ ਦੀ ਕੋਸ਼ਿਸ਼ ਕਰਦਾ ਹੈ ਕਿ ਗੁਰੂਆਂ ਪੀਰਾਂ ਦੀ ਜੀਵਨੀਆਂ ਲਿਖਦੇ ਹੋਏ ਲੇਖਕ ਜਿਹੜੇ ਉਹਨਾਂ ਨੂੰ ਘਰ ਦੇ ਪਿਆਰ ਤੋਂ ਸੱਖਣਾ ਦਿਖਾ ਦਿੰਦੇ ਨੇ, ਅਸਲ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ। ਅਗਲੇ ਪੈਰੇ ਵਿੱਚ ਲੇਖਕ ਇਸਲਾਮ ਧਰਮ ਦੇ ਮੋਢੀ ਜਿਹੜੇ ਮੁਹੰਮਦ ਸਾਹਿਬ ਜੀ ਨੇ, ਹਜ਼ਰਤ ਮੁਹੰਮਦ ਜੀ, ਉਹਨਾਂ ਦੇ ਜੀਵਨ ਬਾਰੇ ਗੱਲ ਕਰਦਾ ਹੈ ਕਿ ਉਹਨਾਂ ਦੇ ਜੀਵਨ ਵਿੱਚ ਵੀ ਉਹਨਾਂ ਦੀ ਪਤਨੀ ਬੀਬੀ ਖਦੀਜਾ ਦਾ ਬਹੁਤ ਅਸਰ ਸੀ। ਉਹਨਾਂ ਨੇ ਹੀ ਉਹਨਾਂ ਦੀ ਗੱਲਾਂ 'ਤੇ ਯਕੀਨ ਕੀਤਾ ਜਦੋਂ ਹਜ਼ਰਤ ਮੁਹੰਮਦ ਜੀ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਪਰਮਾਤਮਾ ਤੋਂ ਗਿਆਨ ਮਿਲਦਾ ਹੈ। ਜਦੋਂ ਉਹਨਾਂ ਨੂੰ ਬਾਣੀ ਉਤਰਦੀ ਸੀ ਤਾਂ ਉਹ ਥੱਕ ਕੇ ਬਹੁਤ ਨਿੱਸਲ ਹੋ ਜਾਂਦੇ ਸੀ, ਤਾਂ ਵੀ ਉਹਨਾਂ ਨੂੰ ਆਰਾਮ ਦੇ ਕੇ ਉਹਨਾਂ ਨੂੰ ਨੋਰਮਲ ਕਰਨ ਵਿੱਚ, ਉਹਨਾਂ ਨੂੰ ਅਸਲੀ ਹਾਲਤ ਵਿੱਚ ਵਾਪਸ ਲਿਆਉਣ ਵੇਲੇ ਵੀ ਖਦੀਜਾ ਹੀ ਹੁੰਦੀ ਸੀ। ਇਸ ਤੋਂ ਬਾਅਦ ਜੋ ਲੇਖਕ ਹੈ, ਇੱਕ ਪੁਰਾਣੇ ਸਮੇਂ ਦੇ ਲੇਖਕ ਕਾਰਲਾਈਲ ਬਾਰੇ ਗੱਲ ਕਰਦਾ ਹੈ। ਕਹਿੰਦੇ ਕਾਰਲਾਈਲ ਦਾ ਸੁਭਾਅ ਬੜਾ ਖਿਜੂ ਅਤੇ ਸੜੂ ਜਿਹਾ ਸੀਗਾ। ਕਿਉਂ ਸੀ? ਉਹਦਾ ਕਾਰਨ ਵੀ ਲੇਖਕ ਨੂੰ ਇਹੀ ਲੱਭਦਾ ਹੈ ਕਿ ਉਹ ਆਪਣੀ ਬੀਵੀ ਨੂੰ, ਆਪਣੀ ਪਤਨੀ ਨੂੰ ਪਿਆਰ ਨਹੀਂ ਸੀ ਕਰਦਾ। ਉਹਦੀ ਬੀਵੀ ਹਰ ਇੱਕ ਉਹਨੂੰ ਤੰਗ ਕਰਨ ਆਏ ਬੰਦੇ ਨੂੰ, ਜਿਹੜਾ ਵੀ ਉਹਨੂੰ ਕੋਈ ਬੁਲਾਉਣ ਆਉਂਦਾ ਸੀ, ਉਹਨੂੰ ਤੋਰ ਦਿੰਦੀ ਸੀ ਤਾਂ ਜੋ ਕਾਰਲਾਈਲ ਡਿਸਟਰਬ ਨਾ ਹੋਵੇ, ਤੰਗ ਨਾ ਹੋਵੇ। ਪਰ ਜੇ ਕਦੀ ਉਹ ਆਪਣੇ ਪਤੀ ਕੋਲ ਜਾ ਕੇ ਉਸਦੇ ਕਮਰੇ ਦਾ ਬੂਹਾ ਖੋਲ੍ਹ ਕੇ ਅੰਦਰ ਉਸ ਨਾਲ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦੀ ਤਾਂ ਉਸਨੂੰ ਖਿਝ ਖਾਣ ਨੂੰ ਪੈਂਦਾ। ਪਰ ਫਿਰ ਲੇਖਕ ਕਹਿੰਦਾ ਕਿ ਇਸ ਤਰ੍ਹਾਂ ਦੇ ਬੰਦੇ ਨੇ ਜਿਹਨੇ ਸਾਰੀ ਦੁਨੀਆ ਨੂੰ ਚੁੱਪ ਰਹਿਣ ਦਾ ਲਾਭ ਦੱਸਿਆ, ਉਹ ਉਹਦੀ ਆਪਣੀ ਕਲਮ ਚੁੱਪ ਨਹੀਂ ਕਰਦੀ ਅਤੇ ਉਹਦੀ ਆਪਣੀ ਜ਼ੁਬਾਨ ਚੁੱਪ ਨਹੀਂ ਕਰਦੀ, ਉਹ ਆਪਣੀ ਪਤਨੀ ਨੂੰ ਕੌੜੇ ਬੋਲ ਬੋਲਦਾ, ਤਾਂ ਫਿਰ ਉਸਦੇ ਇੰਨੇ ਵੱਡੇ ਵੱਡੇ ਲੇਖ ਲਿਖਣ ਦਾ ਕੀ ਫਾਇਦਾ ਹੋਇਆ? ਉਸ ਤੋਂ ਅੱਗੇ ਲੇਖਕ ਗੱਲ ਕਰਦਾ ਹੈ ਅੱਜ ਕੱਲ੍ਹ ਜਿਹੜਾ ਦੁਰਾਚਾਰੀ ਮਾਹੌਲ ਬਣਿਆ ਹੋਇਆ ਹੈ। ਦੁਰਾਚਾਰ ਮਤਲਬ ਜਦੋਂ ਤੁਸੀਂ ਨੈਤਿਕ ਤੌਰ 'ਤੇ ਡਿੱਗ ਜਾਂਦੇ ਹੋ, ਜਦੋਂ ਘਰ ਟੁੱਟ ਜਾਂਦੇ ਨੇ, ਲੋਕ ਘਰ ਦੇ ਵਿੱਚ ਪਿਆਰ ਲੱਭਣ ਦੀ ਬਜਾਏ ਬਾਜ਼ਾਰਾਂ ਵਿੱਚ ਪਿਆਰ ਲੱਭਦੇ ਨੇ। ਉਸ ਦਾ ਕਾਰਨ ਵੀ ਇਹੀ ਹੈ ਕਿ ਲੋਕ ਆਪਣੇ ਬੱਚੇ ਅਤੇ ਤੀਵੀਆਂ ਨਾਲ ਜੀਵਨ ਬਿਤਾਉਣ ਦੀ ਜਗ੍ਹਾ 'ਤੇ ਕਲੱਬਾਂ, ਹੋਟਲਾਂ 'ਚ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ। ਘਰ ਦੀਆਂ ਜ਼ਿੰਮੇਵਾਰੀਆਂ, ਬਰਾਦਰੀ ਦੀ ਸ਼ਰਾਫਤ, ਮਿੱਠਾਪਨ, ਨਿਮਰਤਾ, ਇਹ ਸਾਰੇ ਗੁਣ ਜਿਹੜੇ ਨੇ ਸਿਰਫ ਘਰ ਵਿੱਚ ਹੀ ਮਿਲ ਸਕਦੇ ਨੇ, ਅਤੇ ਘਰ ਵਿੱਚ ਜਿਹੜੇ ਲੋਕ ਘੱਟ ਰਹਿੰਦੇ ਨੇ ਉਹਨਾਂ ਵਿੱਚ ਇਹ ਗੁਣ ਆਉਣੇ ਮੁਸ਼ਕਿਲ ਹੋ ਜਾਂਦੇ ਨੇ। ਇਹੋ ਜਿਹੇ ਲੋਕ ਆਪਣੀ ਇਸਤਰੀ ਅਤੇ ਬੱਚਿਆਂ ਨੂੰ ਸਿਰਫ ਬਾਹਰ ਵਿਖਾਵੇ ਲਈ ਹੀ ਰੱਖਦੇ ਨੇ ਕਿ ਹਾਂ ਇਹ ਮੇਰੀ ਪਤਨੀ ਹੈ, ਇਹ ਮੇਰੇ ਬੱਚੇ ਹੈ, ਅਤੇ ਅਸਲ ਵਿੱਚ ਉਹ ਬਹੁਤ ਜਗ੍ਹਾ 'ਤੇ ਹੋਰ ਜਿਹੜੇ ਜਿਹਨੂੰ ਆਪਾਂ ਐਕਸਟਰਾ ਮੈਰੀਟਲ ਅਫੇਅਰ ਕਹਿ ਸਕਦੇ ਹਾਂ, ਜਾਂ ਹੋਰ ਗੈਰ ਆਚਰਣਕ ਕੰਮ ਜਿਹੜੇ ਉਹ ਕਰਦੇ ਰਹਿੰਦੇ ਨੇ। ਹੁਣ ਇਸ ਦਾ ਕਾਰਨ ਵੀ ਇਹੀ ਹੈ ਕਿ ਉਹਨਾਂ ਦਾ ਆਪਣੇ ਘਰ ਨਾਲ ਪਿਆਰ ਨਹੀਂ ਹੁੰਦਾ। ਤਾਂ ਬੁਰੇ ਚਰਿੱਤਰ ਵਾਲਾ ਵੀ ਉਹੀ ਵਿਅਕਤੀ ਬਣਦਾ ਹੈ ਜਿਸ ਦਾ ਆਪਣੇ ਘਰ ਵਿੱਚ, ਆਪਣੇ ਘਰ ਦੇ ਬੰਦਿਆਂ ਨਾਲ, ਆਪਣੇ ਘਰ ਦੇ ਇਨਸਾਨਾਂ ਨਾਲ ਪਿਆਰ ਨਹੀਂ ਹੈ। ਜਿਹੜੇ ਇਨਸਾਨ ਨੂੰ ਆਪਣੀ ਬੀਵੀ ਨਾਲ, ਆਪਣੇ ਬੱਚਿਆਂ ਨਾਲ, ਆਪਣੀ ਮਾਂ ਨਾਲ, ਆਪਣੇ ਪਿਓ ਨਾਲ ਪਿਆਰ ਹੈ, ਉਸ ਦਾ ਆਚਰਣ ਕਦੀ ਬੁਰਾ ਨਹੀਂ ਬਣੇਗਾ। ਹੁਣ ਅੱਗੇ ਕਹਿੰਦਾ ਹੈ ਕਿ ਵਿਦਿਆਰਥੀਆਂ ਬਾਰੇ, ਖਾਸ ਤੌਰ 'ਤੇ ਮੁੰਡਿਆਂ ਬਾਰੇ ਇਹ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਉਹ ਜ਼ਿੰਮੇਵਾਰੀ ਨਹੀਂ ਲੈਂਦੇ, ਸਦਾਚਾਰ ਨਹੀਂ ਰੱਖਦੇ, ਮਤਲਬ ਉਹੀ ਨੈਤਿਕ ਤੌਰ 'ਤੇ ਡਿੱਗ ਗਏ ਨੇ, ਗਲਤ ਹਰਕਤਾਂ ਕਰਦੇ ਨੇ। ਤਾਂ ਉਹਦਾ ਕਾਰਨ ਵੀ ਲੇਖਕ ਇਹੀ ਦੱਸਦਾ ਕਿ ਬਹੁਤ ਸਾਰੇ ਮੁੰਡੇ ਜਿਹੜੇ ਘਰ ਛੱਡ ਕੇ ਬੋਰਡਿੰਗ 'ਚ ਰਹਿਣਾ ਸ਼ੁਰੂ ਹੋ ਜਾਂਦੇ ਨੇ, ਯਾਨੀ ਕਿ ਹੋਸਟਲ ਵਿੱਚ। ਤਾਂ ਜਿਹੜੇ ਮੁੰਡੇ ਨੇ ਬਚਪਨ ਤੋਂ ਲੈ ਕੇ ਸਾਰੀ ਉਮਰ ਦਾ ਹਿੱਸਾ ਆਪਣੀ ਮਾਂ, ਭੈਣ, ਭਰਾ, ਗੁਆਂਢੀਆਂ ਤੋਂ ਵੱਖਰਾ ਕੱਟਿਆ ਹੋਇਆ, ਉਹਦੇ ਵਿੱਚ ਘਰ ਦੇ ਗੁਣ, ਲੱਜਾ ਯਾਨੀ ਕਿ ਸ਼ਰਮ, ਹਮਦਰਦੀ, ਬਰਾਦਰੀ ਯਾਨੀ ਕਿ ਆਪਣੇ ਰਿਸ਼ਤੇਦਾਰਾਂ ਦਾ ਸਨਮਾਨ, ਉਹ ਕਿਵੇਂ ਪੈਦਾ ਹੋ ਸਕਦਾ? ਕਿਸੇ ਕੋਈ ਮੰਨ ਲਓ ਉਹਦਾ ਰਿਸ਼ਤੇਦਾਰ, ਮੰਨ ਲਓ ਉਹਦੀ ਚਾਚੀ ਦੀ ਜੇ ਮੌਤ ਹੋ ਜਾਂਦੀ ਤਾਂ ਉਹ ਮੁੰਡਾ ਆਪਣੇ ਚਾਚੇ ਨਾਲ ਅਫਸੋਸ ਵੀ ਨਹੀਂ ਕਰ ਸਕਦਾ, ਕਿਉਂਕਿ ਉਸਨੂੰ ਪਤਾ ਹੀ ਨਹੀਂ ਹੈ ਕਿ ਦੂਸਰਿਆਂ ਨਾਲ ਗੱਲ ਕਿਸ ਤਰ੍ਹਾਂ ਕਰਨੀ, ਰਿਸ਼ਤੇਦਾਰਾਂ ਨਾਲ। ਉਹਦੇ ਵਿੱਚ ਇਹ ਜਿਹੜੇ ਸਮਾਜਿਕ ਗੁਣ ਨੇ ਉਹ ਪੈਦਾ ਨਹੀਂ ਹੁੰਦੇ। ਫਿਰ ਅੱਗੇ ਗੱਲ ਹੋ ਰਹੀ ਹੈ ਕਿ ਜਿਹੜੇ ਧਾਰਮਿਕ ਜੀਵਨ ਦੀ ਨੀਂਹ ਹੈ ਉਹ ਵੀ ਘਰ ਵਿੱਚ ਹੀ ਰੱਖੀ ਜਾਂਦੀ ਹੈ। ਜਿਹੜੇ ਲੋਕ ਬਾਹਰ ਪੰਡਾਲਾਂ ਵਿੱਚ ਜਾ ਕੇ ਧਰਮ ਦੇ
ਲੈਕਚਰ ਸੁਣਦੇ ਨੇ, ਉਸ ਦੀ ਬਜਾਏ ਜਿਹੜੇ ਲੋਕ ਆਪਣੇ ਘਰ ਦੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੋਈ ਧਰਮ ਦਾ ਕਾਰਜ ਕਰਦੇ ਨੇ ਉਹ ਜ਼ਿਆਦਾ ਧਾਰਮਿਕ ਹੁੰਦੇ ਨੇ। ਬੱਚਿਆਂ ਨਾਲ ਰਲ ਕੇ ਪਾਠ ਕਰਦੇ ਆ, ਅਰਦਾਸ ਕਰਦੇ ਆ, ਉਹਨਾਂ ਵਿੱਚ ਹੀ ਅਸਲ ਵਿੱਚ ਧਾਰਮਿਕ ਰੁਚੀ ਬਣਦੀ ਹੈ। ਕੁਝ ਲੋਕ ਨੇ ਜਿਹੜੇ ਘਰ ਦਾ ਜੀਵਨ ਛੱਡ ਕੇ ਸਾਧ ਸੰਤ ਬਣਨਾ ਚਾਹੁੰਦੇ ਨੇ, ਪਰ ਇਹ ਕੰਮ ਵੀ ਓਨਾ ਹੀ ਔਖਾ ਹੈ ਜਿੰਨਾ ਜੇ ਕੋਈ ਕਿਸਾਨ ਸੋਚੇ ਵੀ ਮੈਂ ਜ਼ਮੀਨ ਨੂੰ ਛੱਡ ਕੇ ਹਵਾ ਵਿੱਚ ਆਪਣਾ ਫਸਲ ਬੀਜਣੀ ਹੈ। ਵੱਡੇ ਵੱਡੇ ਮਹਾਂਪੁਰਖ ਘਰ ਤੋਂ ਦੂਰ ਰਹਿਣਾ ਚਾਹੁੰਦੇ ਨੇ, ਪਰ ਇਹੋ ਜਿਹੇ ਲੋਕਾਂ ਨੂੰ ਜੇ ਕਦੀ ਕੋਈ ਔਂਕੜ ਯਾਨੀ ਕਿ ਔਂ ਖਾ ਪਵੇ ਬਾਹਰਲੇ ਜੀਵਨ ਵਿੱਚ ਤਾਂ ਉਹ ਫਟਾਫਟ ਉਸ ਆਪਣੇ ਰਾਹ ਤੋਂ ਡਿੱਗ ਜਾਂਦੇ ਨੇ, ਕਿਉਂਕਿ ਕਈ ਤਾਂ ਜੰਮਦੇ ਹੀ ਕਰਮੰਡਲ ਚੱਕ ਕੇ, ਕਰਮੰਡਲ ਮਤਲਬ ਕੁੰਡੇ ਵਾਲਾ ਧਾਤ ਦਾ ਡੋਲੂ ਜਿਹੜਾ ਸੰਤਾਂ ਨੇ ਫੜਿਆ ਹੁੰਦਾ, ਚੱਕ ਕੇ ਵਨਵਾਸ ਚਲੇ ਜਾਂਦੇ ਨੇ। ਪਰ ਇਹਨਾਂ ਨੂੰ ਵੀ ਸਹੀ ਰਸਤਾ ਕਿਹਦੇ ਕੋਲੋਂ ਲੱਭਦਾ ਹੈ? ਘਰੇਲੂ ਜੀਵਨ ਜੀਣ ਵਾਲੇ ਗ੍ਰਸਤੀ ਰਾਜੇ ਜਨਕ ਵਰਗਿਆਂ ਤੋਂ। ਮਤਲਬ ਚੰਗਾ ਜੀਵਨ ਜੀਣ ਲਈ, ਸਦਾਚਾਰਕ ਜੀਵਨ ਜੀਣ ਲਈ ਜੰਗਲਾਂ ਵਿੱਚ ਜਾਣਾ ਜਾਂ ਬਨਵਾਸ ਲੈਣਾ ਜ਼ਰੂਰੀ ਨਹੀਂ ਹੈ। ਤੁਸੀਂ ਘਰ ਵਿੱਚ ਰਹਿ ਕੇ ਵੀ ਚੰਗਾ ਸਦਾਚਾਰੀ ਜੀਵਨ ਬਤੀਤ ਕਰ ਸਕਦੇ ਹੋ। ਫਿਰ ਜਿਹੜੇ ਲੋਕਾਂ ਨੇ ਮਾਤਾ ਪਿਤਾ, ਭਰਾ ਭੈਣ, ਪੁੱਤਰ ਧੀ ਬਣ ਕੇ ਰੋਜ਼ਾਨਾ ਜੀਵਨ ਦੀਆਂ ਮੁਸ਼ਕਿਲਾਂ ਨਾਲ ਸਾਹਮਣਾ ਕੀਤਾ ਹੁੰਦਾ ਹੈ, ਉਹਨੇ ਵਿੱਚ ਹੀ ਇਹ ਗੁਣ ਪੈਦਾ ਹੋ ਸਕਦੇ ਨੇ, ਪਰਿਵਾਰ ਦੇ, ਹਮਦਰਦੀ ਦੇ, ਕੁਰਬਾਨੀ ਦੇ, ਸੇਵਾ ਦੇ। ਪਰ ਜਿਹੜਾ ਇਨਸਾਨ ਇਹ ਕਦੀ ਸਿੱਖਦਾ ਹੀ ਨਹੀਂ, ਉਹ ਉਹਦੇ ਵਿੱਚ ਇਹ ਗੁਣ ਪੈਦਾ ਨਹੀਂ ਹੋ ਸਕਦੇ। ਅੱਗੇ ਲੇਖਕ ਘਰ ਦੇ ਅਤੇ ਦੇਸ਼ ਦੇ ਪਿਆਰ ਦੀ ਗੱਲ ਕਰਦਾ ਹੈ ਕਿ ਦੇਸ਼ ਦਾ ਪਿਆਰ, ਮੁਲਕ ਦਾ ਪਿਆਰ ਵੀ ਉਹਨਾਂ ਲੋਕਾਂ 'ਚ ਹੀ ਪੈਦਾ ਹੋ ਸਕਦਾ ਜਿਨ੍ਹਾਂ ਨੂੰ ਆਪਣੇ ਘਰ ਨਾਲ, ਆਪਣੇ ਪਰਿਵਾਰ ਨਾਲ ਪਿਆਰ ਹੈ, ਕਿਉਂਕਿ ਉਹਨੂੰ ਪਤਾ ਹੈ ਮੇਰਾ ਪਰਿਵਾਰ ਉਦੋਂ ਤੱਕ ਹੀ ਸੁਰੱਖਿਅਤ ਹੈ, ਉਦੋਂ ਤੱਕ ਹੀ ਠੀਕ ਹੈ ਜਦੋਂ ਤੱਕ ਮੇਰਾ ਦੇਸ਼ ਠੀਕ ਹੈ। ਜੋ ਆਪਣੇ ਦੇਸ਼, ਆਪਣੇ ਪਰਿਵਾਰ ਨੂੰ ਬਚਾ ਕੇ ਰੱਖਣਾ ਚਾਹੁੰਦਾ ਤਾਂ ਆਪਣੇ ਦੇਸ਼ ਨੂੰ ਵੀ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰੇਗਾ। ਪਰ ਜਿਹੜੇ ਇਨਸਾਨ ਨੂੰ ਆਪਣੇ ਪਰਿਵਾਰ ਨਾਲ, ਆਪਣੇ ਘਰ ਨਾਲ ਹੀ ਕੋਈ ਲੈਣਾ ਦੇਣਾ ਨਹੀਂ, ਉਹਨੂੰ ਆਪਣੇ ਦੇਸ਼ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੁੰਦਾ। ਲੇਖਕ ਆਪਣੇ ਸਕੂਲ ਟਾਈਮ ਦੀ ਆਪਣੇ ਗੱਲ ਦੱਸਦਾ ਹੈ ਕਿ ਜਦੋਂ ਰਾਵਲਪਿੰਡੀ ਪੜ੍ਹਦਾ ਸੀ ਤਾਂ ਹਰ ਹਫ਼ਤੇ ਐਤਵਾਰ ਕੱਟਣ ਆਪਣੇ ਪਿੰਡ ਅਡਿਆਲੇ ਜਾਂਦਾ ਸੀ। ਤਾਂ ਜਦੋਂ ਪਿੰਡ ਦੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਇੱਕ ਟਿੱਬਾ ਆਉਂਦਾ ਸੀ ਜਿੱਥੇ ਓਲੇ ਤੋਂ ਦਾ ਪਿੰਡ ਦਿਸਦਾ ਸੀ, ਤਾਂ ਉਹ ਪਿੰਡ ਨੂੰ ਦੇਖਣ ਤੋਂ ਪਹਿਲਾਂ ਹੀ ਆਪਣਾ ਦਿਲ ਐ ਫੜ ਲੈਂਦਾ ਸੀ, ਕਿਉਂਕਿ ਉਹਨੂੰ ਲੱਗਦਾ ਸੀ ਕਿ ਬਹੁਤ ਵਧੀਆ ਨਜ਼ਾਰਾ ਮੈਂ ਵੇਖਣ ਲੱਗਾ। ਅਤੇ ਵਾਪਸ ਜਾਂਦੇ ਹੋਏ ਵੀ ਉਹ ਮੁੜ ਕੇ ਆਪਣੇ ਪਿੰਡ ਨੂੰ ਦੇਖਦਾ ਸੀ। ਤਾਂ ਉਹਨੂੰ ਆਪਣਾ ਪਿੰਡ ਇੰਨਾ ਪਿਆਰਾ ਸੀ, ਅਤੇ ਇਸੇ ਕਰਕੇ ਉਸਨੂੰ ਆਪਣਾ ਦੇਸ਼ ਵੀ ਪਿਆਰਾ ਹੈ। ਉਹਨੂੰ ਆਪਣੇ ਪਿੰਡ ਵਿੱਚ ਵਸਦੇ ਲੋਕ, ਆਪਣੇ ਸੰਬੰਧੀ ਪਿਆਰੇ ਨੇ, ਅਤੇ ਇਸੇ ਕਰਕੇ ਉਹ ਆਪਣੇ ਦੇਸ਼ ਨੂੰ ਵੀ ਪਿਆਰ ਕਰਦਾ ਹੈ। ਇਸ ਤਰ੍ਹਾਂ ਇਸ ਲੇਖ ਵਿੱਚ ਲੇਖਕ ਪ੍ਰਿੰਸੀਪਲ ਤੇਜਾ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਸਦਾਚਾਰ, ਪਿਆਰ, ਹਮਦਰਦੀ, ਦੇਸ਼ ਪਿਆਰ, ਸਮਾਜ ਪਿਆਰ ਅਤੇ ਚੰਗੇ ਨੈਤਿਕ ਗੁਣ ਉਸ ਇਨਸਾਨ 'ਚ ਹੋ ਸਕਦੇ ਨੇ ਜਿਸ ਨੂੰ ਘਰ ਦਾ ਪਿਆਰ ਮਿਲਿਆ ਅਤੇ ਜਿਹੜਾ ਆਪਣੇ ਘਰ ਨੂੰ ਪਿਆਰ ਕਰਦਾ ਹੈ। ਘਰ ਦੇ ਪਿਆਰ ਤੋਂ ਸੱਖਣੇ ਲੋਕ ਸੜੂ, ਖਿਝੂ ਹੁੰਦੇ ਨੇ ਅਤੇ ਉਹਨਾਂ ਵਿੱਚ ਸਦਾਚਾਰ ਦੀ ਵੀ ਕਮੀ ਹੁੰਦੀ ਹੈ। ਤਾਂ ਬੱਚਿਓ, ਇਹ ਸੀ ਤੁਹਾਡਾ ਪਾਠ ਘਰ ਦਾ ਪਿਆਰ। ਹੁਣ ਆਪਾਂ ਪ੍ਰਸ਼ਨ ਉੱਤਰ ਕਰਾਂਗੇ। ਇਹ ਪ੍ਰਸ਼ਨ ਇਸ ਤਰ੍ਹਾਂ ਹਨ ਕਿ ਜੇਕਰ ਤੁਹਾਨੂੰ 2 ਨੰਬਰ ਵਿੱਚ ਵੱਡੇ ਆਉਂਦੇ ਹਨ ਤਾਂ ਤੁਸੀਂ ਪ੍ਰਸ਼ਨ ਵਾਲੀ ਲਾਈਨ ਵਿੱਚ ਵਰਤ ਕੇ ਇਸ ਨੂੰ ਵੱਡਾ ਬਣਾ ਕੇ ਵੀ ਲਿਖ ਸਕਦੇ ਹੋ, ਅਤੇ ਜੇ ਤੁਹਾਨੂੰ MCQ ਯਾਨੀ ਕਿ ਬਹੁ ਵਿਕਲਪੀ ਪ੍ਰਸ਼ਨ ਆਉਂਦੇ ਹਨ ਤਾਂ ਵੀ ਤੁਸੀਂ ਇਹ ਉੱਤਰ ਕਰ ਸਕਦੇ ਹੋ। ਮੈਂ ਤੁਹਾਨੂੰ ਬਹੁ ਵਿਕਲਪੀ ਪ੍ਰਸ਼ਨਾਂ ਦੀ ਤਿਆਰੀ ਲਈ ਗਲਤ ਉੱਤਰ ਨਹੀਂ ਦੱਸਾਂਗੀ, ਕਿਉਂਕਿ ਗਲਤ ਉੱਤਰ ਅਸੀਂ ਜੇ ਪੜ੍ਹਦੇ ਹਾਂ ਤਾਂ ਪੇਪਰ ਵਿੱਚ ਵੀ ਸਾਨੂੰ ਕਦੀ ਕਨਫਿਊਜ਼ਨ ਹੋਣ ਦੇ ਚਾਂਸ ਹੁੰਦੇ ਹਨ। ਇਸ ਕਰਕੇ ਅਸੀਂ ਸਿਰਫ ਅਤੇ ਸਿਰਫ ਸਹੀ ਉੱਤਰ ਯਾਦ ਕਰਾਂਗੇ ਅਤੇ ਉਸੇ ਦੇ ਅਨੁਸਾਰ ਅਸੀਂ ਪੇਪਰ ਵਿੱਚ ਜਵਾਬ ਦੇਵਾਂਗੇ। ਤਾਂ ਸਾਡਾ ਸਭ ਤੋਂ ਪਹਿਲਾ ਪ੍ਰਸ਼ਨ ਹੈ, ਘਰ ਦਾ ਪਿਆਰ ਲੇਖ ਦੇ ਲੇਖਕ ਕੌਣ ਹਨ? ਤਾਂ ਹੁਣ ਤੱਕ ਤੁਹਾਨੂੰ ਇਸ ਦਾ ਉੱਤਰ ਪਤਾ ਲੱਗ ਹੀ ਗਿਆ ਹੈ, ਪ੍ਰਿੰਸੀਪਲ ਤੇਜਾ ਸਿੰਘ ਜੀ। ਅੱਗੇ ਹੈ, ਘਰ ਦਾ ਪਿਆਰ ਲੇਖ ਦਾ ਸਾਹਿਤ ਰੂਪ ਕੀ ਹੈ? ਇਸ ਦਾ ਸਾਹਿਤ ਰੂਪ ਹੈ ਵਾਰਤਕ। ਅਗਲਾ ਪ੍ਰਸ਼ਨ, ਵਾਰਤਕ ਕੀ ਹੁੰਦੀ ਹੈ? ਦਲੀਲ ਨਾਲ ਸਿੱਧੇ ਸ਼ਬਦਾਂ ਵਿੱਚ ਲਿਖੇ ਸਾਹਿਤ ਰੂਪ ਨੂੰ ਵਾਰਤਕ ਕਹਿੰਦੇ ਹਨ। ਯਾਨੀ ਕਿ ਇੱਕ ਤਾਂ ਕਵਿਤਾ ਹੁੰਦੀ ਹੈ ਜਿਹੜੀ ਲੈਮਈ ਲਿਖੀ ਜਾਂਦੀ ਹੈ, ਇੱਕ ਇਕਾਂਗੀ ਹੁੰਦੀ ਹੈ ਜਿਹਦੇ ਵਿੱਚ ਡਾਇਲੋਗਸ ਹੁੰਦੇ ਹਨ, ਵਾਰਤਾਲਾਪ ਹੁੰਦਾ ਹੈ, ਅਤੇ ਇੱਕ ਇਹ ਵਾਰਤਕ ਹੁੰਦੀ ਹੈ ਜਿਹਦੇ ਵਿੱਚ ਦਲੀਲ ਨਾਲ ਕੋਈ ਨਾ ਕੋਈ ਦਲੀਲ ਯਾਨੀ ਕਿ ਲੌਜਿਕ ਦੇ ਕੇ ਗੱਲ ਕੀਤੀ ਜਾਂਦੀ ਹੈ ਸਿੱਧੇ ਰੂਪ ਵਿੱਚ। ਅੱਗੇ ਪ੍ਰਸ਼ਨ ਹੈ, ਕੀ ਘਰ ਇੱਟਾਂ ਜਾਂ ਵੱਟਿਆਂ ਨਾਲ ਬਣੀ ਇਮਾਰਤ ਨੂੰ ਕਹਿੰਦੇ ਹਨ? ਤਾਂ ਹੁਣ ਤੱਕ ਸਾਨੂੰ ਪਤਾ ਲੱਗ ਹੀ ਗਿਆ ਕਿ ਨਹੀਂ, ਘਰ ਇੱਟਾਂ ਜਾਂ ਵੱਟਿਆਂ ਨਾਲ ਬਣੀ ਇਮਾਰਤ ਨੂੰ ਨਹੀਂ ਕਹਿੰਦੇ, ਘਰ ਪਿਆਰ ਨਾਲ ਬਣੇ ਇੱਕ ਜਗ੍ਹਾ ਨੂੰ ਕਹਿੰਦੇ ਨੇ ਜਿਹਦੇ ਵਿੱਚ ਪਿਆਰ ਹੋਵੇ, ਸੱਧਰਾਂ ਹੋਣ। ਅਗਲਾ, ਮਨੁੱਖ ਦੇ ਪਿਆਰ ਦੀਆਂ ਸੱਧਰਾਂ ਕਿੱਥੇ ਪਲਦੀਆਂ ਹਨ? ਘਰ ਵਿੱਚ। 6ਵਾਂ ਪ੍ਰਸ਼ਨ, ਸਾਰੇ ਜਹਾਨ ਨੂੰ ਗਾ ਕੇ ਕਮਾਈ ਕਰਕੇ ਮਨੁੱਖ ਦਾ ਕਿੱਥੇ ਆਉਣ ਨੂੰ ਜੀਅ ਕਰਦਾ ਹੈ?
ਘਰ। ਬੁਢਾਪੇ ਵਿੱਚ ਮਨੁੱਖ ਨੂੰ ਘਰ ਵਿੱਚ ਕਿਸ ਤਰ੍ਹਾਂ ਦਾ ਸਵਾਦ ਆਉਂਦਾ ਹੈ? ਉੱਤਰ, ਵੇਹਲ ਨੂੰ ਘਰ ਵਿੱਚ ਆਰਾਮ ਨਾਲ ਕੱਟਣ ਵਿੱਚ ਮਾਂ ਦੀ ਝੋਲੀ ਵਰਗਾ ਸਵਾਦ ਆਉਂਦਾ ਹੈ। ਅਗਲਾ ਪ੍ਰਸ਼ਨ, ਮਨੁੱਖ ਦਾ ਆਚਰਣ ਬਣਾਉਣ ਵਿੱਚ ਕਿਹੜੇ ਦੋ ਹਾਲਾਤ ਅਸਰ ਕਰਦੇ ਹਨ? ਪਹਿਲਾ, ਸਮਾਜ ਅਤੇ ਦੇਸ਼ ਦਾ ਮਾਹੌਲ, ਅਤੇ ਦੂਸਰਾ, ਘਰ ਦੇ ਅੰਦਰ ਦੇ ਹਾਲਾਤ। 9ਵਾਂ ਪ੍ਰਸ਼ਨ, ਜਿਸ ਵਿਅਕਤੀ ਨੂੰ ਘਰ ਦਾ ਪਿਆਰ ਨਹੀਂ ਮਿਲਦਾ ਉਹ ਕਿਹੋ ਜਿਹਾ ਬਣ ਜਾਂਦਾ ਹੈ? ਉੱਤਰ, ਕੋਝੇ, ਸੜੀਅਲ ਜਾਂ ਖਿੱਜੂ ਸੁਭਾਅ ਵਾਲਾ। ਅਗਲਾ ਪ੍ਰਸ਼ਨ, ਕਿਹੜੇ ਲੋਕਾਂ ਦੀ ਜ਼ਿੰਦਗੀ ਰਸ ਤੋਂ ਖਾਲੀ ਹੁੰਦੀ ਹੈ? ਉੱਤਰ, ਜਿਨ੍ਹਾਂ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੁੰਦਾ। ਅਗਲਾ ਪ੍ਰਸ਼ਨ, ਘਰ ਦੇ ਪਿਆਰ ਤੋਂ ਸੱਖਣੇ ਉਪਦੇਸ਼ਕ ਗੁਰੂਆਂ ਪੈਗੰਬਰਾਂ ਬਾਰੇ ਕਿਵੇਂ ਦੀਆਂ ਗੱਲਾਂ ਦੱਸਦੇ ਹਨ? ਉੱਤਰ, ਘਰ ਦੇ ਪਿਆਰ ਤੋਂ ਸੱਖਣੀਆਂ ਕੇਵਲ ਸਿਆਣੀਆਂ ਗੱਲਾਂ। 12ਵਾਂ ਪ੍ਰਸ਼ਨ, ਕੀ ਗੱਲਾਂ ਆਮ ਮਨੁੱਖ ਅਤੇ ਮਹਾਂਪੁਰਖ ਦੋਵਾਂ ਦੀ ਬਣਤਰ ਲਈ ਜ਼ਰੂਰੀ ਹਨ? ਜਾਂ ਕਿਹੜੀਆਂ ਗੱਲਾਂ ਆਮ ਮਨੁੱਖ ਅਤੇ ਮਹਾਂਪੁਰਖ ਦੋਵਾਂ ਦੀ ਬਣਤਰ ਲਈ ਜ਼ਰੂਰੀ ਹਨ? ਬਚਪਨ ਦਾ ਭੋਲਾਪਨ, ਭੈਣ ਭਰਾ ਦਾ ਪਿਆਰ, ਲਾਡ ਤੇ ਰੁਸਨਾ। ਅਗਲਾ ਪ੍ਰਸ਼ਨ, ਬਚਪਨ ਦੇ ਤਜਰਬੇ ਨਾ ਸਮਝਣ ਵਾਲੇ ਲਿਖਾਰੀਆਂ ਨੇ ਮਹਾਂਪੁਰਖਾਂ ਦੀਆਂ ਜੀਵਨੀਆਂ ਕਿਵੇਂ ਲਿਖੀਆਂ ਹਨ? ਉਹਨਾਂ ਨੇ ਈਸਾ ਦੇ ਜੀਵਨ ਵਿੱਚ ਉਹਨਾਂ ਦੇ ਬਚਪਨ ਦਾ ਕੋਈ ਜ਼ਿਕਰ ਨਹੀਂ ਕੀਤਾ ਅਤੇ ਮਹਾਤਮਾ ਬੁੱਧ ਅਤੇ ਗੁਰੂ ਨਾਨਕ ਦੇ ਮਾਪਿਆਂ ਨੂੰ ਬੁਰੇ ਆਚਰਣ ਵਾਲੇ ਲਿਖਿਆ ਹੈ। ਅਗਲਾ ਪ੍ਰਸ਼ਨ ਹੈ, ਗੁਰੂ ਨਾਨਕ ਜੀ ਪਰਦੇਸ ਯਾਤਰਾ ਤੋਂ ਆਉਣ ਤੋਂ ਬਾਅਦ ਕਿੱਥੇ ਜਾਂਦੇ ਹਨ? ਆਪਣੇ ਪਿੰਡ, ਪਰ ਉਹ ਘਰ ਜਾਣ ਦੀ ਬਜਾਏ ਬਾਹਰ ਖੂਹ 'ਤੇ ਰੁਕ ਜਾਂਦੇ ਹਨ। 15ਵਾਂ ਪ੍ਰਸ਼ਨ, ਗੁਰੂ ਨਾਨਕ ਜੀ ਘਰਦਿਆਂ ਦਾ ਹਾਲ ਪੁੱਛਣ ਲਈ ਕਿਸ ਨੂੰ ਭੇਜਦੇ ਹਨ? ਮਰਦਾਨੇ ਨੂੰ। ਉਸ ਤੋਂ ਅੱਗੇ ਹੈ, ਗੁਰੂ ਨਾਨਕ ਜੀ ਨੇ ਆਪਣੀ ਮਾਂ ਦੀ ਗੱਲ ਸੁਣ ਕੇ ਕੀ ਕੀਤਾ? ਮਾਂ ਦੇ ਚਰਨਾਂ ਵਿੱਚ ਡਿੱਗ ਕੇ ਰੋ ਪਏ। 17ਵਾਂ ਪ੍ਰਸ਼ਨ, ਹਜ਼ਰਤ ਮੁਹੰਮਦ ਦੀ ਜ਼ਿੰਦਗੀ ਵਿੱਚ ਕਿਸ ਦਾ ਅਸਰ ਸੀ? ਉਹਨਾਂ ਦੀ ਬੀਵੀ ਖਦੀਜਾ ਦਾ। ਕਾਰਲਾਇਲ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ? ਖਿੱਜੂ ਤੇ ਸੜੂ। ਲੇਖਕ ਕਾਰਲਾਇਲ ਦੇ ਗੁੱਸੇ ਵਾਲੇ ਸੁਭਾਅ ਦਾ ਕੀ ਕਾਰਨ ਸਮਝਦਾ ਹੈ? ਉਸ ਵੱਲੋਂ ਆਪਣੀ ਬੀਵੀ ਨੂੰ ਪਿਆਰ ਨਾ ਕਰਨਾ। ਅੱਜ ਕੱਲ੍ਹ ਦੁਰਾਚਾਰੀ ਵਿਵਹਾਰ ਦਾ ਕੀ ਕਾਰਨ ਹੈ? ਲੋਕਾਂ ਦਾ ਘਰ ਦੇ ਅਸਰ ਤੋਂ ਟੁੱਟ ਜਾਣਾ। ਅਗਲਾ ਪ੍ਰਸ਼ਨ, ਘਰਾਂ ਤੋਂ ਦੂਰ ਪੜ੍ਹਾਈ ਕਰਨ ਵਾਲੇ ਬੱਚੇ ਕਿਵੇਂ ਦੇ ਬਣ ਜਾਂਦੇ ਹਨ? ਉੱਤਰ, ਉਹਨਾਂ ਵਿੱਚ ਸ਼ਰਮ, ਹਮਦਰਦੀ, ਬਰਾਦਰੀ ਦਾ ਸਨਮਾਨ ਵਰਗੇ ਘਰੇਲੂ ਗੁਣ ਪੈਦਾ ਨਹੀਂ ਹੁੰਦੇ। ਅਗਲਾ ਪ੍ਰਸ਼ਨ, ਧਰਮ ਘਰਾਂ ਵਿੱਚੋਂ ਨਿਕਲ ਕੇ ਕਿੱਥੇ ਆ ਗਿਆ ਹੈ? ਬਾਜ਼ਾਰਾਂ ਵਿੱਚ। ਅੱਗੇ, ਅਸਲ ਧਾਰਮਿਕ ਰੁਚੀ ਕਿਸ ਅੰਦਰ ਪੈਦਾ ਹੋ ਸਕਦੀ ਹੈ? ਉੱਤਰ, ਜੋ ਪਰਿਵਾਰ ਨਾਲ ਰਲ ਕੇ ਕੋਈ ਧਾਰਮਿਕ ਰਸਮ ਕਰਦਾ ਹੋਵੇ, ਨਾ ਕਿ ਕੇਵਲ ਧਾਰਮਿਕ ਦੀਵਾਨ ਵਿੱਚ ਜਾ ਕੇ ਹਾਜ਼ਰੀ ਲਗਾਵੇ। 24ਵਾਂ ਪ੍ਰਸ਼ਨ, ਘਰੇਲੂ ਜੀਵਨ ਤੋਂ ਦੂਰ ਸਾਧ ਬਣ ਕੇ ਧਰਮ ਕਮਾਉਣਾ ਕਿੰਨਾ ਔਖਾ ਹੈ? ਕਿਸਾਨ ਵੱਲੋਂ ਜ਼ਮੀਨ ਛੱਡ ਕੇ ਹਵਾ ਵਿੱਚ ਬੀਜਣ ਵਾਂਗ ਔਖਾ ਹੈ। ਅਗਲਾ ਪ੍ਰਸ਼ਨ, ਸਿੱਖ ਗੁਰੂਆਂ ਨੇ ਘਰੋਗੀ ਜੀਵਨ 'ਤੇ ਜ਼ੋਰ ਕਿਉਂ ਦਿੱਤਾ ਹੈ? ਕਿਉਂਕਿ ਸਦਾਚਾਰ ਘਰੇਲੂ ਜੀਵਨ ਤੋਂ ਹੀ ਬਣਦਾ ਹੈ। ਅੱਗੇ, ਸਮਾਜ ਅਤੇ ਦੇਸ਼ ਪਿਆਰ ਕਿੱਥੋਂ ਪੈਦਾ ਹੁੰਦਾ ਹੈ? ਘਰ ਦੇ ਪਿਆਰ ਤੋਂ। ਲੇਖਕ ਰਾਵਲਪਿੰਡੀ ਪੜ੍ਹਨ ਸਮੇਂ ਹਰ ਹਫ਼ਤੇ ਐਤਵਾਰ ਕੱਟਣ ਕਿੱਥੇ ਜਾਂਦਾ ਸੀ? ਆਪਣੇ ਪਿੰਡ। 28ਵਾਂ ਪ੍ਰਸ਼ਨ, ਲੇਖਕ ਦੇ ਪਿੰਡ ਦਾ ਕੀ ਨਾਮ ਹੈ? ਅਡਿਆਲਾ। ਅੱਗੇ, ਮਨੁੱਖ ਦਾ ਆਚਰਣ ਕਿੱਥੇ ਬਣਦਾ ਹੈ? ਘਰ ਵਿੱਚ। ਤੇ ਸਾਡਾ ਆਖਰੀ ਪ੍ਰਸ਼ਨ, ਪ੍ਰਿੰਸੀਪਲ ਤੇਜਾ ਸਿੰਘ ਦੇ ਲੇਖਾਂ ਦੀ ਇੱਕ ਪੁਸਤਕ ਦਾ ਨਾਂ ਦੱਸੋ। ਉਹ ਹੈ ਨਵੀਆਂ ਸੋਚਾਂ। ਤਾਂ ਬੱਚਿਓ, ਇਹ ਹੈ ਤੁਹਾਡਾ ਪਾਠ ਘਰ ਦਾ ਪਿਆਰ। ਮੈਨੂੰ ਉਮੀਦ ਹੈ ਤੁਸੀਂ ਪਾਠ ਵੀ ਸਮਝ ਲਿਆ ਹੈ ਅਤੇ ਤੁਹਾਨੂੰ ਹੁਣ ਇਸ ਦਾ ਅਭਿਆਸ ਵੀ ਸਮਝ ਆ ਗਿਆ ਹੈ। ਤੁਹਾਡਾ ਅਗਲਾ ਪਾਠ ਲੈ ਕੇ ਮੈਂ ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੀ। ਉਦੋਂ ਤੱਕ ਲਈ ਇਸ ਵੀਡੀਓ ਨੂੰ ਲਾਈਕ, ਸ਼ੇਅਰ ਕਰੋ ਅਤੇ YouTube ਚੈਨਲ ਪੰਜਾਬੀ ਸਕੂਲ ਨੂੰ ਸਬਸਕ੍ਰਾਈਬ ਕਰੋ। ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਇਸ ਦੇ ਸਾਰੇ ਪਾਠ ਸਮੇਂ ਸਿਰ ਮਿਲਦੇ ਰਹਿਣ।
ਹੁਣ ਦਿਓ ਇਜਾਜ਼ਤ। ਧੰਨਵਾਦ।